गुड मॉर्निंग स्टूडेंट्स। ਅੱਜ ਅਸੀਂ ਸਾਡਾ ਜੋ ਚੈਪਟਰ ਨੰਬਰ 10 ਹੈ ਈ-ਕਾਮਰਸ ਇਨ ਇੰਡੀਆ ਉਸ ਨੂੰ ਕੰਟੀਨਿਊ ਕਰਾਂਗੇ। ਟੁਡੇ ਆਈਲ ਡਿਸਕਸ ਪ੍ਰੋਬਲਮਸ ਆਫ ਈ-ਕਾਮਰਸ ਇਨ ਇੰਡੀਆ ਕਿ ਸਾਡੀ ਜੋ ਈ-ਕਾਮਰਸ ਹੈ ਉਸ ਨੂੰ ਇੰਡੀਆ ਦੇ ਵਿੱਚ ਕੀ ਚੈਲੰਜਸ ਕੀ ਪ੍ਰੋਬਲਮਸ ਨੇ ਜੋ ਉਹ ਫੇਸ ਕਰਨੀਆਂ ਪੈ ਰਹੀਆਂ ਨੇ। फर्स्ट प्रॉब्लम इज़ इंफ्रास्ट्रक्चरल प्रॉब्लम कि मेन जो प्रॉब्लम है वो इंफ्रास्ट्रक्चरल प्रॉब्लम है। इंफ्रास्ट्रक्चरल प्रॉब्लम इज़ रिलेटिंग टू इंटरनेट, रिलेटिंग टू पीसीज, रिलेटिंग टू कंप्यूटर कि ਜਿਹੜੀਆਂ ਚੀਜ਼ਾਂ ਦੇ ਨਾਲ ई ਕਾਮਰਸ ਹੁੰਦੀ ਆ ਲਾਈਕ ਕੋਈ ਮੋਬਾਈਲ ਫੋਨ ਐਂਡ ਇੰਟਰਨੈਟ ਐਕਸੈਸ ਚਾਹੀਦਾ ਆ, PC ਆ, ਕੰਪਿਊਟਰ ਹੈ, ਕੰਪਿਊਟਰ ਔਰ ਇੰਟਰਨੈਟ ਤਾਂ ਚਾਹੀਦਾ ਆ, ਉਹਦੇ ਨਾਲ ਰਿਲੇਟਿੰਗ ਜੋ ਪ੍ਰੋਬਲਮਸ ਹੁੰਦੀਆਂ ਨੇ ਦੈਟ ਆਰ ਇਨਫਰਾਸਟਰਕਚਰਲ ਪ੍ਰੋਬਲਮਸ ਆਫ ਈ ਬਿਜ਼ਨਸ ਔਰ ਈ ਕਾਮਰਸ। ਇੰਡੀਆ ਦੇ ਵਿੱਚ ਸਭ ਤੋਂ ਇਹ ਮੇਨ ਪ੍ਰੋਬਲਮ ਹੈ ਕਿ ਇੰਟਰਨੈਟ, ਪਹਿਲੀ ਗੱਲ ਤਾਂ ਇੰਡੀਆ ਦੀ ਹਰ ਜਗ੍ਹਾ 'ਤੇ ਇੰਟਰਨੈਟ ਦੀ ਸੁਵਿਧਾ ਨਹੀਂ ਹੈਗੀ। ਐਂਡ ਦੂਸਰੀ ਗੱਲ ਇਹ ਹੈ ਕਿ ਅਗਰ ਇੰਡੀਆ ਦੇ ਵਿੱਚ ਇੰਟਰਨੈਟ ਹੈ ਵੀ ਤਾਂ ਉਹ ਇੰਨਾ ਇਫੈਕਟਿਵ ਅਤੇ ਐਫੀਸ਼ੀਐਂਟ ਨਹੀਂ ਹੈਗਾ। ਇੰਡੀਆ ਦੇ ਵਿੱਚ ਇੰਟਰਨੈਟ ਦੀ ਸਪੀਡ ਬਾਕੀ ਡਿਵਲਪਡ ਕੰਟਰੀਜ਼ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ ਔਰ ਹਰੇਕ ਪਰਸਨ ਕੋਲ ਇੰਡੀਆ ਦੇ ਵਿੱਚ ਹਰੇਕ ਪਰਸਨ ਕੋਲ ਕੰਪਿਊਟਰ, ਮੋਬਾਈਲ ਫੋਨ, ਇੰਟਰਨੈਟ ਐਕਸੈਸ ਨਹੀਂ ਹੈਗਾ। ਤਾਂ ਇਸੇ ਕਰਕੇ ਇਹ ਇੱਕ ਮੇਨ ਪ੍ਰੋਬਲਮ ਹੈ ਜਿਸ ਦੇ ਕਰਕੇ ਈ ਕਾਮਰਸ ਹੈ ਜੋ ਇੰਡੀਆ ਦੇ ਵਿੱਚ ਉਹ ਡਿਵੈਲਪ ਨਹੀਂ ਕਰ ਪਾ ਰਹੀ। ਐਂਡ ਸੈਕਿੰਡ ਪ੍ਰੋਬਲਮ ਇਜ਼ ਐਬਸੈਂਸ ਆਫ ਸਾਈਬਰ ਲਾਜ਼। ਜਿਸ ਤਰ੍ਹਾਂ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਇੰਡੀਆ ਦੇ ਵਿੱਚ ਸਾਈਬਰ ਲਾਜ਼ ਦੀ ਬਹੁਤ ਵੱਡੀ ਕਮੀ ਹੈ ਕਿ ਜੋ ਵੀ ਇੰਟਰਨੈਟ ਦੇ ਜ਼ਰੀਏ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਹ ਸਿਕਿਉਰ ਨਹੀਂ ਹੈਗੀਆਂ। ਉਹ ਟ੍ਰਾਂਜੈਕਸ਼ਨਸ ਨੇ ਜੋ ਉਹਨਾਂ ਤੋਂ ਇਨਫੋਰਮੇਸ਼ਨ ਹੈਕ ਹੋ ਸਕਦੀ ਹੈ, ਲੀਕ ਹੋ ਸਕਦੀ ਹੈ, ਸਾਡੀ ਪ੍ਰਾਈਵੇਸੀ ਹੈਕ ਹੋ ਸਕਦੀ ਹੈ। ਠੀਕ ਹੈ, ਤਾਂ ਇਸੇ ਤਰ੍ਹਾਂ ਸਭ ਤੋਂ ਵੱਡੀ ਪ੍ਰੋਬਲਮ ਈ ਕਾਮਰਸ ਦੀ ਕੀ ਹੈ ਇੰਡੀਆ ਦੇ ਵਿੱਚ? ਐਬਸੈਂਸ ਆਫ ਸਾਈਬਰ ਲਾਜ਼ ਕਿ ਇੰਡੀਆ ਦੇ ਵਿੱਚ ਸਾਈਬਰ ਲਾਜ਼ ਨਹੀਂ ਹੈਗੇ, ਇੱਦਾਂ ਦੇ ਕਾਨੂੰਨ ਨਹੀਂ ਹੈਗੇ ਜੋ ਕਿ ਸਾਨੂੰ ਸਾਡੀ ਪ੍ਰਾਈਵੇਸੀ ਨੂੰ ਲੀਕ ਹੋਣ ਤੋਂ, ਹੈਕ ਹੋਣ ਤੋਂ ਬਚਾ ਸਕਣ। ਤਾਂ ਇਸ ਕਰਕੇ ਹੀ ਇੰਡੀਆ ਦੇ ਵਿੱਚ ਜੋ ਈ ਕਾਮਰਸ ਹੈ ਉਹ ਪ੍ਰੋਪਰਲੀ ਡਿਵੈਲਪ ਨਹੀਂ ਕਰ ਰਹੀ। ਥਰਡ ਪ੍ਰੋਬਲਮ ਇਜ਼ ਇੰਗਲਿਸ਼ ਸਪੈਸੀਫਿਕ, ਮਤਲਬ ਕਿ ਜੋ ਸਾਡੀ ਈ ਕਾਮਰਸ ਹੈ, ਜੋ ਵੀ ਇੰਟਰਨੈਟ ਦਾ ਕੰਮ ਹੈ ਉਹ ਸਾਰਾ ਇੰਗਲਿਸ਼ ਲੈਂਗੁਏਜ ਦੇ ਵਿੱਚ ਹੋ ਰਿਹਾ ਹੈ। ਬਟ ਕਈ ਵਾਰੀ ਇੱਦਾਂ ਹੁੰਦਾ, ਫੋਰ ਐਗਜ਼ਾਮਪਲ ਇੰਡੀਆ ਦਾ ਕੋਈ ਵੀ ਰੀਜਨ ਹੈ ਜਿੱਥੋਂ ਦੇ ਲੋਕਾਂ ਨੂੰ, ਫੋਰ ਐਗਜ਼ਾਮਪਲ ਪੰਜਾਬ ਦੇ ਲੋਕ ਨੇ, ਦਿਸ ਇਜ਼ ਐਨ ਐਗਜ਼ਾਮਪਲ ਓਨਲੀ ਕਿ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਸਿਰਫ ਪੰਜਾਬੀ ਔਰ ਹਿੰਦੀ ਲੈਂਗੁਏਜ ਤੋਂ ਬਿਨਾਂ ਹੋਰ ਕੋਈ ਲੈਂਗੁਏਜ ਨਹੀਂ ਆਉਂਦੀ, ਤਾਂ ਉਹ ਇੰਗਲਿਸ਼ ਦੇ ਵਿੱਚ ਆਪਦਾ ਕੰਮ ਈ ਕਾਮਰਸ ਦੇ ਜ਼ਰੀਏ ਕਿਵੇਂ ਕਰਨਗੇ? ਲਾਈਕ ਕੋਈ ਸਮਾਲ ਐਂਟਰਪ੍ਰੈਨਿਓਰਸ ਨੇ, ਸਮਾਲ ਟਰੇਡਰਸ ਨੇ, ਮਤਲਬ ਛੋਟੇ ਪੱਧਰ ਦੇ ਜੋ ਬਿਜ਼ਨਸ ਕਰਦੇ ਨੇ, ਛੋਟੇ ਬਿਜ਼ਨਸ ਕਰਨ ਵਾਲੇ ਲੋਕ ਨੇ, ਤਾਂ ਉਹ ਈ ਕਾਮਰਸ ਦੀਆਂ ਜੋ ਓਪਰਚੁਨਿਟੀਜ਼ ਨੇ, ਈ ਕਾਮਰਸ ਦੀਆਂ ਫੈਸਿਲਿਟੀਜ਼ ਨੇ, ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਬਿਕੋਜ਼ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਤਾਂ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਜੋ ਈ ਕਾਮਰਸ ਦਾ ਕੰਮ ਹੈ, ਇੰਟਰਨੈਟ ਦਾ, ਕੰਪਿਊਟਰ ਦਾ ਸਾਰਾ ਜੋ ਕੰਮ ਹੈ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ ਹੁੰਦਾ ਹੈ। ਬਟ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਕਿ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਨਹੀਂ ਆਉਂਦੀ ਹੁੰਦੀ। ਤਾਂ ਇਹ ਜੋ ਇਹਨਾਂ ਦੀ ਲੈਂਗੁਏਜ ਆ ਉਹ ਰੀਜਨਲ ਹੋਣੀ ਚਾਹੀਦੀ ਹੈ। ਫੋਰਥ ਪ੍ਰੋਬਲਮ ਇਜ਼ ਡਿਜੀਟਲ ਇਲਿਟਰੇਸੀ। ਈਵਨ ਪੀਪਲ ਪੜ੍ਹੇ ਲਿਖੇ ਵੀ ਕਿਉਂ ਨਾ ਹੋਣ, ਈਵਨ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਹੁੰਦੇ ਆ, ਉਹਨਾਂ ਨੂੰ ਇੰਟਰਨੈਟ, ਕੰਪਿਊਟਰ ਵਗੈਰਾ ਦੀ ਨੌਲੇਜ ਬਹੁਤ ਘੱਟ ਹੁੰਦੀ ਹੈ। ਤਾਂ ਇੰਡੀਆ ਦੇ ਵਿੱਚ ਵੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਹਰੇਕ ਪਰਸਨ ਨੂੰ ਡਿਜੀਟਲੀ ਨੌਲੇਜ ਨਹੀਂ ਹੈਗੀ, ਹਰੇਕ ਪਰਸਨ ਨੂੰ ਇੰਟਰਨੈਟ ਦੀ, PC ਦੀ, IT ਦੀ ਨੌਲੇਜ ਨਹੀਂ ਹੈਗੀ। ਤਾਂ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਇੰਡੀਆ ਦੇ ਵਿੱਚ ਈ ਕਾਮਰਸ ਗਰੋ ਕਿਉਂ ਨਹੀਂ ਕਰ ਰਹੀ, ਇੰਡੀਆ ਦੇ ਵਿੱਚ ਈ ਕਾਮਰਸ ਡਿਵੈਲਪ ਕਿਉਂ ਨਹੀਂ ਕਰ ਰਹੀ। ਨੈਕਸਟ ਪ੍ਰੋਬਲਮ ਇਜ਼ ਲੈਕ ਆਫ ਅਵੇਅਰਨੈਸ। ਲੈਕ ਆਫ ਅਵੇਅਰਨੈਸ ਦੇ ਵਿੱਚ ਕੀ ਹੈ ਕਿ ਲੋਕ, ਇੱਦਾਂ ਦੇ ਕਈ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਈ ਕਾਮਰਸ ਦੇ ਬਾਰੇ, ਈ ਬਿਜ਼ਨਸ ਦੇ ਬਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ। ਈਵਨ ਲੋਕ ਇੰਟਰਨੈਟ ਯੂਜ਼ ਕਰਦੇ ਨੇ, ਸੋਸ਼ਲ ਮੀਡੀਆ ਯੂਜ਼ ਕਰਦੇ ਨੇ, ਬਟ ਉਹਦਾ ਆਪਦੇ ਬਿਜ਼ਨਸ ਦੇ ਲਈ, ਕਮਰਸ਼ੀਅਲਾਈਜੇਸ਼ਨ ਦੇ ਲਈ ਉਹਦਾ ਯੂਜ਼ ਨਹੀਂ ਕਰਦੇ ਹੈਗੇ। ਤਾਂ ਲੈਕ ਆਫ ਅਵੇਅਰਨੈਸ ਵੀ ਬਹੁਤ ਵੱਡੀ ਪ੍ਰੋਬਲਮ ਹੈ। ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਪਾਪੂਲੇਸ਼ਨ ਹੈ ਬਟ ਸਾਰੀ ਪਾਪੂਲੇਸ਼ਨ ਹੈ ਜੋ ਇੰਟਰਨੈਟ ਦੇ, ਮਤਲਬ ਇੰਟਰਨੈਟ ਦਾ ਸਹੀ ਯੂਜ਼ ਨਹੀਂ ਕਰਦੀ। ਫੋਰ ਐਗਜ਼ਾਮਪਲ ਕੋਈ ਔਨਲਾਈਨ ਸ਼ਾਪਿੰਗ ਕਰ ਰਿਹਾ, ਉਹਨੂੰ ਇੱਦਾਂ ਪਤਾ ਕਿ ਹਾਂ ਔਨਲਾਈਨ ਸ਼ਾਪਿੰਗ ਹੁੰਦੀ ਆ, ਮੈਂ ਔਨਲਾਈਨ ਚੀਜ਼ ਮੰਗਵਾ ਸਕਦਾ, ਬਟ ਉਹਨੂੰ ਇਹੀ ਨਹੀਂ ਪਤਾ ਕਿ ਮੈਂ ਆਰਡਰ ਕਿਵੇਂ ਕਰਨੀ ਹੈ ਚੀਜ਼, ਪੇਮੈਂਟ ਕਿਵੇਂ ਕਰਨੀ ਆ, ਪੇਮੈਂਟ ਦੇ ਕੀ ਮੈਥਡਸ ਨੇ, ਔਨਲਾਈਨ ਪੇਮੈਂਟ ਕੀ ਹੁੰਦੀ ਆ ਜਾਂ ਕੈਸ਼ ਔਨ ਡਿਲੀਵਰੀ ਕੀ ਹੁੰਦੀ ਆ। ਦਿਸ ਪ੍ਰੋਬਲਮ ਇਜ਼ ਲੈਕ ਆਫ ਅਵੇਅਰਨੈਸ। ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹਦੇ ਕਰਕੇ ਇੰਡੀਆ ਦੇ ਵਿੱਚ ਜੋ ਈ ਕਾਮਰਸ ਹੈ ਉਹ ਡਿਵੈਲਪ ਨਹੀਂ ਹੋ ਰਹੀ। ਨੈਕਸਟ ਪ੍ਰੋਬਲਮ ਇਜ਼ ਇਨਐਡਿਕੁਏਟ ਪਲਾਸਟਿਕ ਮਨੀ ਹੋਲਡਰਸ।
मतलब ਮੋਸਟਲੀ ਕੀ ਹੁੰਦਾ ਕਿ ਜੋ ਅਸੀਂ ਈ-ਕਾਮਰਸ ਟ੍ਰਾਂਜੈਕਸ਼ਨਸ ਕਰਦੇ ਹਾਂ, ਹੈ ਨਾ, ਇਲੈਕਟ੍ਰੋਨਿਕ ਟ੍ਰਾਂਜੈਕਸ਼ਨਸ ਕਰਦੇ ਹਾਂ, ਤਾਂ ਉਹਦੇ 'ਤੇ ਜੋ ਅਸੀਂ ਪੇਮੈਂਟ ਕਰਨੀ ਹੁੰਦੀ ਹੈ ਉਹ ਔਨਲਾਈਨ ਪੇਮੈਂਟ ਹੁੰਦੀ ਆ, ਥਰੂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ATM ਕਾਰਡ ਦੇ ਥਰੂ ਅਸੀਂ ਪੇਮੈਂਟ ਕਰਨੀ ਹੁੰਦੀ ਆ। ਬਟ ਇੰਡੀਆ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਕੋਲ ਇਹ ਪਲਾਸਟਿਕ ਕਾਰਡਸ ਹੈ ਹੀ ਨਹੀਂ ਹੈਗੇ, ਪਲਾਸਟਿਕ ਮਨੀ ਦਾ ਐਕਸੈਸ ਹੀ ਨਹੀਂ ਹੈ ਜਿਨ੍ਹਾਂ ਕੋਲ। ਬਹੁਤ ਲੋਕ ਨੇ ਜਿਨ੍ਹਾਂ ਕੋਲ ਕ੍ਰੈਡਿਟ ਕਾਰਡ, ਡੈਬਿਟ ਕਾਰਡ, ATM ਕਾਰਡ ਨਹੀਂ ਨੇ, ਜੋ ਸਿਰਫ ਕੈਸ਼ ਔਨ ਡਿਲੀਵਰੀ ਹੀ ਕਰ ਸਕਦੇ ਆ। ਤਾਂ ਇਸੇ ਕਰਕੇ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ। ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਤਾਂ ਇਸੇ ਤਰ੍ਹਾਂ ਹੀ ਰਹਿ ਜਾਂਦੀਆਂ ਬਿਕੋਜ਼ ਲੋਕਾਂ ਕੋਲੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਨਹੀਂ ਹੁੰਦੇ ਪੇਮੈਂਟ ਕਰਨ ਦੇ ਲਈ। ਤਾਂ ਇਹ ਵੀ ਇੱਕ ਪ੍ਰੋਬਲਮ ਹੈ ਈ-ਕਾਮਰਸ ਦੀ ਡਿਵੈਲਪਮੈਂਟ ਦੇ ਵਿੱਚ। ਨੈਕਸਟ ਪ੍ਰੋਬਲਮ ਇਜ਼ ਟੱਚ ਐਂਡ ਫੀਲ ਕੰਸਟ੍ਰੇਂਟ। ਟੱਚ ਐਂਡ ਫੀਲ ਕੰਸਟ੍ਰੇਂਟ ਦਾ ਮਤਲਬ ਕੀ ਹੈ ਕਿ ਜੋ ਇੰਡੀਅਨ ਲੋਕ ਨੇ ਉਹ ਜ਼ਿਆਦਾਤਰ ਉਹੀ ਚੀਜ਼ ਖਰੀਦਣਾ ਚਾਹੁੰਦੇ ਜੋ ਉਹਨਾਂ ਨੇ ਹੱਥ 'ਚ ਫੜ ਕੇ ਪਹਿਲਾਂ ਦੇਖੀ ਹੋਵੇ, ਕਿ ਉਸ ਚੀਜ਼ ਦੀ ਕੁਆਲਿਟੀ ਚੈੱਕ ਕਰਕੇ ਇੰਡੀਅਨ ਲੋਕ ਫਿਰ ਚੀਜ਼ ਖਰੀਦਦੇ ਨੇ। ਬਟ ਔਨਲਾਈਨ ਸ਼ਾਪਿੰਗ ਦੇ ਵਿੱਚ ਕੀ ਹੁੰਦਾ ਹੈ, ਫੋਰ ਐਗਜ਼ਾਮਪਲ ਅਸੀਂ ਔਨਲਾਈਨ ਸ਼ਾਪਿੰਗ ਕਰ ਰਹੇ ਹਾਂ, ਤਾਂ ਔਨਲਾਈਨ ਸ਼ਾਪਿੰਗ ਦੇ ਵਿੱਚ ਕੀ ਹੁੰਦਾ, ਅਸੀਂ ਉਸ ਚੀਜ਼ ਨੂੰ ਹੱਥ 'ਚ ਫੜ ਕੇ ਨਹੀਂ ਦੇਖ ਸਕਦੇ, ਤਾਂ ਸਾਨੂੰ ਉਹਦੀ ਕੁਆਲਿਟੀ ਨਹੀਂ ਪਤਾ ਲੱਗਦੀ। ਇਸੇ ਕਰਕੇ ਜ਼ਿਆਦਾਤਰ ਲੋਕ ਔਨਲਾਈਨ ਸ਼ਾਪਿੰਗ ਨਹੀਂ ਕਰਨੀ ਚਾਹੁੰਦੇ। ਤਾਂ ਇਹ ਵੀ ਇੱਕ ਪ੍ਰੋਬਲਮ ਹੈ। ਸਾਰੇ ਲੋਕ ਇੰਡੀਆ ਦੇ ਵਿੱਚ ਔਨਲਾਈਨ ਸ਼ਾਪਿੰਗ ਨਹੀਂ ਕਰਦੇ, ਈ-ਕਾਮਰਸ ਦੇ ਨਾਲ ਟ੍ਰਾਂਜੈਕਸ਼ਨਸ ਨਹੀਂ ਕਰਦੇ। ਤਾਂ ਇਹ ਵੀ ਇੱਕ ਪ੍ਰੋਬਲਮ ਹੈ ਕਿ ਈ-ਕਾਮਰਸ ਡਿਵੈਲਪ ਸਾਡੀ ਕੰਟਰੀ ਦੇ ਵਿੱਚ ਕਿਉਂ ਨਹੀਂ ਕਰ ਰਹੀ ਹੈ। ਨੈਕਸਟ ਪ੍ਰੋਬਲਮ ਇਜ਼ ਫੀਅਰ ਫੈਕਟਰ। ਕਹਿੰਦੇ ਬੇਸ਼ੱਕ ਕਈ ਲੋਕ ਈ-ਕਾਮਰਸ ਟ੍ਰਾਂਜੈਕਸ਼ਨਸ ਕਰਦੇ ਵੀ ਨੇ, ਬਟ ਉਹਨਾਂ ਦੇ ਵਿੱਚ ਫਿਰ ਵੀ ਇੱਕ ਫੀਅਰ ਫੈਕਟਰ ਹੁੰਦਾ ਹੈ, ਇੱਕ ਡਰ ਹੁੰਦਾ ਹੈ ਕਿ ਜੋ ਅਸੀਂ ਇੱਥੇ ਇਨਫੋਰਮੇਸ਼ਨ ਭਰਾਂਗੇ ਸਾਡੀ ਇਨਫੋਰਮੇਸ਼ਨ ਹੈਕ ਨਾ ਹੋ ਜੇ, ਸਾਡੀ ਪ੍ਰਾਈਵੇਸੀ ਲੀਕ ਨਾ ਹੋ ਜੇ। ਅਗਰ ਅਸੀਂ ਫੋਰ ਐਗਜ਼ਾਮਪਲ ਸਾਨੂੰ ਕਿਤੇ ਆਪਣੀ ਬੈਂਕਿੰਗ ਡਿਟੇਲ ਭਰਨੀ ਪੈਂਦੀ ਆ, ਤਾਂ ਲੋਕਾਂ ਦੇ ਵਿੱਚ ਇੱਕ ਡਰ ਹੁੰਦਾ ਕਿ ਅਗਰ ਅਸੀਂ ਇੱਥੇ ਆਪਣੀ ਬੈਂਕਿੰਗ ਡਿਟੇਲ ਭਰਤੀ, ਉਹ ਸਾਡੀ ਡਿਟੇਲ ਸੇਫ ਨਹੀਂ ਹੋਊਗੀ, ਉਹ ਸਾਡੀ ਡਿਟੇਲ ਹੈਕ ਹੋ ਸਕਦੀ ਆ, ਸਾਡੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਜਾਂ ਕੁਛ ਵੀ। ਮਤਲਬ ਲੋਕ ਅਨਸਿਕਿਉਰ ਫੀਲ ਕਰਦੇ ਨੇ ਆਪਣੇ ਆਪ ਨੂੰ ਈ-ਕਾਮਰਸ ਦੇ ਨਾਲ ਜਦੋਂ ਉਹ ਟ੍ਰਾਂਜੈਕਸ਼ਨਸ ਕਰਦੇ ਨੇ। ਤਾਂ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਫੀਅਰ ਫੈਕਟਰ ਹੁੰਦਾ ਹੈ। ਸੋ ਸਟੂਡੈਂਟਸ, ਇਹ ਸੀ ਪ੍ਰੋਬਲਮਸ ਆਫ ਈ-ਕਾਮਰਸ ਇਨ ਇੰਡੀਆ ਔਰ ਚੈਲੰਜਸ ਫੇਸਡ ਬਾਈ ਈ-ਕਾਮਰਸ ਇਨ ਇੰਡੀਆ, ਕਿ ਇੰਡੀਆ ਦੇ ਵਿੱਚ ਜੋ ਇਲੈਕਟ੍ਰੋਨਿਕ ਕਮਰਸ਼ੀਅਲਾਈਜੇਸ਼ਨ ਹੈ ਉਸ ਨੂੰ ਕੀ ਚੈਲੰਜਸ ਫੇਸ ਕਰਨੇ ਪੈ ਰਹੇ ਨੇ, ਜਿਸ ਦੇ ਕਾਰਨ ਉਹ ਫੁੱਲੀ ਡਿਵੈਲਪ ਹੈ ਜੋ ਨਹੀਂ ਹੋ ਪਾ ਰਿਹਾ। ਤਾਂ ਇਹ ਸਾਡੀਆਂ ਸਾਰੀਆਂ ਪ੍ਰੋਬਲਮਸ ਸੀਗੀਆਂ ਜਿਨ੍ਹਾਂ ਦੇ ਕਰਕੇ ਇੰਡੀਆ ਦੇ ਵਿੱਚ ਇਲੈਕਟ੍ਰੋਨਿਕ ਕਾਮਰਸ ਡਿਵੈਲਪ ਨਹੀਂ ਹੋ ਪਾ ਰਹੀ। ਬੇਸ਼ੱਕ ਇੰਡੀਆ ਦੇ ਵਿੱਚ ਵੀ ਇਲੈਕਟ੍ਰੋਨਿਕ ਕਾਮਰਸ ਹੋ ਰਹੀ ਹੈ, ਬਟ ਇੰਡੀਆ ਦੇ ਵਿੱਚ ਇਲੈਕਟ੍ਰੋਨਿਕ ਕਾਮਰਸ ਇੰਨੀ ਐਫੀਸ਼ੀਐਂਟ ਤੇ ਇਫੈਕਟਿਵ ਨਹੀਂ ਹੈਗੀ ਜਿੰਨੀ ਕਿ ਡਿਵੈਲਪਡ ਨੇਸ਼ਨਸ ਦੇ ਵਿੱਚ, ਬਿਕੋਜ਼ ਆਫ ਅਬਵ ਪ੍ਰੋਬਲਮਸ। You need not to copy and paste from the book, you just have